ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 11ਵੀਂ ਅਤੇ 12ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਗ੍ਰਾਮਰ ਐਂਡ ਕੰਪੋਜੀਸ਼ਨ ਉਸ ਦਾ ਲੈਸਨ ਨੰਬਰ 19 ਅਨਸੀਨ ਕੰਪਰੀਹੈਂਸ਼ਨ ਉਸ ਦਾ ਪੈਰਾਗ੍ਰਾਫ ਨੰਬਰ 8 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਬੜੇ ਧਿਆਨ ਦੇ ਨਾਲ ਸੁਣੋ ਟ੍ਰਾਂਸਲੇਸ਼ਨ ਨੂੰ, ਕੰਪਰੀਹੈਂਸ਼ਨ ਨੂੰ ਤੇ ਨੋਟਬੁੱਕ ਅਤੇ ਪੈਨ ਲੈ ਲਓ। ਜਿਹੜੇ ਕੋਈ ਸ਼ਬਦ ਆਣਗੇ ਔਖੇ ਉਹਨਾਂ ਦੇ ਅਰਥ ਦੱਸੇ ਜਾਣਗੇ, ਉਹਨਾਂ ਨੂੰ ਤੁਸੀਂ ਨੋਟ ਡਾਊਨ ਕਰ ਲਓ। ਸਪੈਲਿੰਗਸ ਤੇ ਉਹਨਾਂ ਦੇ ਅਰਥ ਚੰਗੀ ਤਰ੍ਹਾਂ ਕੰਠ ਕਰ ਲਓ ਤੇ ਉਹਨਾਂ ਦੀ ਵਰਤੋਂ ਬਾਰੇ ਵੀ ਜਾਣ ਲਵੋ। ਸੋ ਆਓ ਸ਼ੁਰੂ ਕਰੀਏ। ਰੀਡ ਦੀ ਫੋਲੋਇੰਗ ਪੈਸੇਜ ਐਂਡ ਆਨਸਰ ਦੀ ਕੁਐਸਚਨਸ ਗਿਵਨ ਬਿਲੋ, ਅਰਥਾਤ ਹੇਠ ਲਿਖਿਆ ਪੈਸੇਜ ਪੈਰਾਗ੍ਰਾਫ ਪੜ੍ਹੋ ਅਤੇ ਥੱਲੇ ਦਿੱਤੇ ਸਵਾਲਾਂ ਦੇ ਜਵਾਬ ਦਿਵੋ। ਵਨ ਨਾਈਟ, ਇੱਕ ਰਾਤ, ਅ ਮੈਨ, ਇੱਕ ਆਦਮੀ, ਕੇਮ ਟੂ ਆਵਰ ਹਾਊਸ, ਸਾਡੇ ਘਰ ਆਇਆ, ਐਂਡ ਟੋਲਡ ਮੀ, ਅਤੇ ਮੈਨੂੰ ਕਿਹਾ। ਇਨਵਰਟਿਡ ਕੌਮਾ ਵਿੱਚ ਹੈਗਾ, ਇਹ ਰਿਪੋਰਟਡ ਸਪੀਚ ਹੈ। ਮੈਨੂੰ ਕਿੱਦਾਂ ਕਹਿ ਰਿਹਾ? There is a family with 8 children. ਇੱਥੇ ਇੱਕ 8 ਬੱਚਿਆਂ ਵਾਲਾ ਪਰਿਵਾਰ ਹੈ। They have not eaten for days. ਉਹਨਾਂ ਨੇ ਕਈ ਦਿਨਾਂ ਦਾ ਕੁਝ ਨਹੀਂ ਖਾਧਾ। ਇਹ ਗੱਲ ਉਹਨੇ ਖਤਮ ਕਰਤੀ। I took some food. ਮੈਂ ਕੁਝ ਖਾਣਾ ਲਿਆ and went out. ਅਤੇ ਬਾਹਰ ਗਿਆ। When I finally came to the family. ਜਦੋਂ ਮੈਂ ਅਖੀਰ ਉਸ ਪਰਿਵਾਰ ਕੋਲ ਆਇਆ। I saw the faces of those little children. ਮੈਂ ਉਹਨਾਂ ਛੋਟੇ ਬੱਚਿਆਂ ਦੇ ਚਿਹਰੇ ਦੇਖੇ। Disfigured by hunger. ਜਿਹੜੇ ਕਿ ਭੁੱਖ ਦੇ ਨਾਲ ਬਦਸ਼ਕਲ ਹੋਏ ਸੀ। Disfigured ਦਾ ਮਤਲਬ ਹੁੰਦਾ ਹੈ ਵਿਗੜਿਆ ਹੋਇਆ, ਕੁਰੂਪ ਹੋਇਆ, ਮੁਰਝਾਇਆ ਹੋਇਆ ਜਾਂ ਵਿੰਗਾ ਟੇਢਾ ਹੋਇਆ, ਹੈ ਨਾ। ਜੋ ਮਤਲਬ ਕਿ ਉਹਦਾ ਅਸਲ ਰੂਪ ਹੈ ਉਹ ਨਹੀਂ ਹੈਗਾ। ਬਦਸ਼ਕਲ ਹੋਏ ਕਾਹਦੇ ਕਰਕੇ? ਹੰਗਰ ਬਣੇ ਭੁੱਖ ਦੇ ਨਾਲ। There was no sorrow or sadness in their faces. Sorrow ਮਨੇ ਹੁੰਦਾ ਹੈ ਦੁੱਖ, sadness ਮਨੇ ਉਦਾਸੀ। There was no sorrow or sadness in their faces. ਅਰਥਾਤ ਉਹਨਾਂ ਦੇ ਚਿਹਰਿਆਂ ਉੱਤੇ ਕੋਈ ਦੁੱਖ ਜਾਂ ਉਦਾਸੀ ਨਹੀਂ ਸੀ। Just the deep pain of hunger. ਬਸ ਭੁੱਖ ਦਾ ਡੂੰਘਾ ਦਰਦ ਸੀ। ਅਰਥਾਤ ਉਹਨਾਂ ਚਿਹਰਿਆਂ ਦੇ ਕੋਈ ਉਦਾਸੀ ਦਾ ਹਾਵ ਭਾਵ, ਕੋਈ ਦੁੱਖ ਦਾ ਹਾਵ ਭਾਵ ਨਹੀਂ, ਬਸ ਉਹਨਾਂ ਚਿਹਰਿਆਂ ਤੇ ਇੱਕ ਦਰਦ ਦੀ, ਇੱਕ ਭੁੱਖ ਦੀ ਡੂੰਘੀ ਦਰਦ ਸੀ। I gave the rice to the mother. ਮੈਂ ਉਹਨਾਂ ਦੀ ਮਾਂ ਨੂੰ ਚੌਲ ਫੜਾ ਦਿੱਤੇ। She divided it into two. ਉਹਨੇ ਉਸਨੂੰ ਚੌਲਾਂ ਨੂੰ ਦਿੱਤੇ ਚੌਲਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ। Divided it into two and went out. ਅਤੇ ਬਾਹਰ ਚਲੀ ਗਈ। Carrying half the rice with her. ਉਹ ਚੋਂ ਅੱਧਾ ਹਿੱਸਾ ਜਿਹੜਾ ਉਹਨੇ ਦੋ ਹਿੱਸੇ ਕੀਤੇ ਸੀਗੇ, ਅੱਧਾ ਹਿੱਸਾ ਚੱਕਦੇ ਹੋਏ ਉਹ ਬਾਹਰ ਚਲੀ ਗਈ ਲੈ ਕੇ। When she came back. ਜਦੋਂ ਉਹ ਮੁੜ ਕੇ ਆਈ। I asked her. ਮੈਂ ਉਹਨੂੰ ਪੁੱਛਿਆ। Where did you go? ਤੂੰ ਕਿੱਥੇ ਗਈ ਸੀ? She gave me this simple answer. ਉਹਨੇ ਮੈਨੂੰ ਇਹ ਸਾਦਾ ਜਿਹਾ ਜਵਾਬ ਦਿੱਤਾ। To my neighbor. ਆਪਣੇ ਗੁਆਂਢੀਆਂ ਦੇ। ਫਿਰ ਗੈਪ ਦੇ ਕੇ ਥੋੜਾ ਰੁਕ ਕੇ ਕਹਿੰਦੀ they are also hungry. ਉਹ ਵੀ ਭੁੱਖੇ ਨੇ। I was not surprised. ਮੈਂ ਹੈਰਾਨ ਨਹੀਂ ਹੋਇਆ। Because poor people are generous. Generous ਮਤਲਬ ਦਰਿਆ ਦਿਲ, ਖੁੱਲੇ ਦਿਲ ਵਾਲੇ। ਕਿਉਂਕਿ ਮੈਂ ਕਹਿੰਦੇ ਹੈਰਾਨ ਨਹੀਂ ਹੋਇਆ ਕਿਉਂਕਿ ਗਰੀਬ ਲੋਕ ਖੁੱਲੇ ਦਿਲ ਵਾਲੇ ਹੁੰਦੇ ਨੇ। ਇਹ ਗੱਲ ਤੇ ਬੱਚੇ ਬਿਲਕੁਲ ਸਹੀ ਹੈ। ਮੈਂ ਦੇਖਿਆ ਵੀ ਪਿੰਡਾਂ 'ਚ ਕਿਸੇ ਗਰੀਬ ਸਧਾਰਨ ਪਰਿਵਾਰ ਦੇ ਘਰ ਚਲ ਜਾਈਏ ਨਾ, ਉਹ ਵਿਚਾਰੇ ਬੜੇ ਖੁਸ਼ ਹੋਣਗੇ ਵੀ ਕੈਪਟਨ ਸਾਹਿਬ ਸਾਡੇ ਘਰ ਆਏ। ਉਹ ਮੈਂ ਇੱਥੇ ਪਿੱਛੇ ਇੱਕ ਪਿੰਡ ਇੱਕ ਬੜੇ ਗਰੀਬ ਪਰਿਵਾਰ ਦੇ ਘਰ ਗਿਆ ਸੀਗਾ। ਮੈਂ ਚਾਹੁੰਦਾ ਸੀ ਉਹਨਾਂ ਨੂੰ ਮਿਲਣਾ ਅਤੇ ਉਹਨਾਂ ਨੇ ਬੜੇ ਚਾਅ ਦੇ ਨਾਲ ਮੈਨੂੰ ਆਪਣਾ ਭੋਜਨ ਛਕਾਇਆ, ਚਾਹ ਪੀਤੀ। ਮੈਨੂੰ ਭੁੱਖ ਵੀ ਨਹੀਂ ਲੱਗੀ ਸੀਗੀ ਪਰ ਮੈਂ ਜ਼ਰੂਰ ਖਾਧਾ। ਮੈਂ ਕਿਹਾ ਵੀ ਇਹਨੂੰ ਇਹ ਨਾ ਲੱਗੇ ਕਿ ਵੀ ਇਹ ਅਸੀਂ ਗਰੀਬ ਹੈਗੇ ਅਤੇ ਸਾਡੇ ਘਰ ਖਾਂਦਾ ਨਹੀਂ। ਅਤੇ ਮੈਨੂੰ ਭੁੱਖ ਨਾ ਹੋਣ ਦੇ ਬਾਵਜੂਦ ਹੀ ਮੈਂ ਉਹਨਾਂ ਦੇ ਘਰ ਖਾਣਾ ਖਾਧਾ ਅਤੇ ਮੈਨੂੰ ਬੜਾ ਚੰਗਾ ਲੱਗਿਆ। ਬੜੇ ਪਿਆਰ ਦੇ ਨਾਲ ਉਹਨਾਂ ਨੇ ਖਵਾਇਆ। ਪਰ ਮੈਂ ਇੱਥੇ ਕਈ ਕੋਠੀਆਂ 'ਚ ਵੀ ਗਿਆ, ਵੱਡੇ ਘਰਾਂ ਧਨਾਡਾ ਦੇ। ਉਹਨਾਂ ਦੀਆਂ ਕੋਠੀਆਂ 2-2 ਹਜ਼ਾਰ ਗੱਜ, ਇਹ ਮਤਲਬ ਕਿ ਕਨਾਲ ਦੀ ਕੋਠੀਆਂ ਨੇ, ਕਾਰਾਂ ਨੇ। ਪਰ ਉਹਨਾਂ ਦੇ ਘਰ ਚੱਲ ਜਾਓ, ਉਹ ਕੋਈ ਮਤਲਬ ਉਹ ਪਾਣੀ ਵੀ ਨਹੀਂ ਪੁੱਛਦੇ, ਚਾਹ ਵੀ ਨਹੀਂ ਪੁੱਛਦੇ। ਉਹ ਨੌਕਰਾਂ ਚਾਕਰਾਂ 'ਤੇ ਟਿਕੇ ਹੋਏ ਨੇ। ਅਤੇ ਖੈਰ ਇਹ ਗੱਲ 'ਤੇ ਮੈਂ ਇਸ ਲਿਖਾਰੀ ਦੀ ਇਸ ਲਿਖਤ ਤੋਂ ਪੂਰੀ ਤਰ੍ਹਾਂ ਸਹਿਮਤ ਹੈਗਾ ਕਿ ਜਦੋਂ ਬੰਦੇ ਕੋਲ ਮਾਇਆ ਜ਼ਿਆਦਾ ਆ ਜਾਂਦੀ ਹੈ ਨਾ ਅਤੇ ਉਹਦੇ 'ਚ ਰੁੱਖਾਪਨ ਅਤੇ ਉਹਦਾ ਦਿਲ ਜਿਹੜਾ ਨਾ ਉਹ ਕਠੋਰ ਹੋ ਜਾਂਦਾ ਹੈ। ਜਿਹੜੇ ਬੰਦੇ ਵਿਚਾਰੇ ਪੂਰੇ ਸੂਰੇ ਨੇ ਉਹਨਾਂ 'ਚ ਫਿਰ ਵੀ ਇਨਸਾਨੀਅਤ ਦਾ ਜਜ਼ਬਾ ਥੋੜ੍ਹਾ ਹੁੰਦਾ ਹੈ।
ਸੋ ਆਈ ਵਾਜ਼ ਨਾਟ ਸਰਪ੍ਰਾਈਜ਼ ਬਿਕੋਜ਼ ਪੂਅਰ ਪੀਪਲ ਆਰ ਜਨਰਸ। ਕਹਿੰਦੇ ਮੈਂ ਹੈਰਾਨ ਨਹੀਂ ਹੋਇਆ ਕਿਉਂਕਿ ਜਿਹੜੇ ਗਰੀਬ ਲੋਕ ਨੇ ਉਹ ਤੇ ਖੁੱਲੇ ਦਿਲ ਵਾਲੇ ਹੁੰਦੇ ਨੇ, ਦਰਿਆ ਦਿਲ ਹੁੰਦੇ ਨੇ। ਬਟ ਆਈ ਵਾਜ਼ ਸਰਪ੍ਰਾਈਜ਼ਡ, ਪਰ ਮੈਂ ਹੈਰਾਨ ਸੀ ਦੈਟ ਸ਼ੀ ਨਿਊ ਦੇ ਵਰ ਹੰਗਰੀ। ਪਰ ਮੈਂ ਇਸ ਗੱਲ ਤੋਂ ਹੈਰਾਨ ਹੋਇਆ ਕਿ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਉਹਦੇ ਗੁਆਂਢੀ ਭੁੱਖੇ ਸਨ। ਐਜ਼ ਅ ਰੂਲ, ਕਹਿੰਦੇ ਆਮ ਤੌਰ ਤੇ, ਐਜ਼ ਅ ਰੂਲ ਮੈਨੇ ਅਸੂਲਨ, ਵੈਨ ਵੀ ਆਰ ਸਫਰਿੰਗ, ਜਦੋਂ ਅਸੀਂ ਕਸ਼ਟ ਭੋਗ ਰਹੇ ਹੁੰਦੇ ਹਾਂ ਜਾਂ ਜਦੋਂ ਅਸੀਂ ਮੁਸੀਬਤ ਵਿੱਚੋਂ ਲੰਘ ਰਹੇ ਹੁੰਦੇ ਹਾਂ, ਸਫਰਿੰਗ, ਵੀ ਆਰ ਸੋ ਫੋਕਸਡ ਔਨ ਅਵਰ ਸੈਲਸ, ਸਾਡਾ ਧਿਆਨ ਆਪਣੇ ਉੱਤੇ ਹੀ ਇੰਨਾ ਕੇਂਦਰਿਤ ਹੁੰਦਾ ਹੈ, ਅਸੀਂ ਆਪਣੇ ਕਸ਼ਟ ਬਾਰੇ ਹੀ ਇੰਨਾ ਸੋਚ ਰਹੇ ਹੁੰਦੇ ਹਾਂ। ਵੀ ਹੈਵ ਨੋ ਟਾਈਮ ਫॉर ਅਦਰਸ, ਸਾਨੂੰ ਦੂਜਿਆਂ ਬਾਰੇ ਕੋਈ ਸਮਾਂ ਹੀ ਨਹੀਂ ਹੁੰਦਾ, ਕਿਉਂਕਿ ਅਸੀਂ ਕਹਿੰਦੇ ਲੈ ਵੀ ਸਾਡੀ ਤਾਂ ਆਪਣੀ ਮੁਸੀਬਤਾਂ ਇੰਨੀਆਂ, ਅਸੀਂ ਦੂਜਿਆਂ ਨੂੰ ਕੀ ਦੇਖੀਏ। ਤੇ ਕਹਿੰਦੇ ਮੈਂ ਹੈਰਾਨ ਇਸ ਗੱਲ ਤੋਂ ਨਹੀਂ, ਕਿਉਂਕਿ ਉਹ ਦਰਿਆ ਦਿਲ ਤੇ ਹੁੰਦੇ ਹੀ ਨੇ, ਖੁੱਲੇ ਦਿਲ ਵਾਲੇ ਤੇ ਹੁੰਦੇ ਹੀ ਨੇ, ਪਰ ਹੈਰਾਨੀ ਇਸ ਗੱਲ ਦੀ ਸੀ ਵੀ ਇੰਨੇ ਭੁੱਖੇ ਹੋਣ ਦੇ ਬਾਵਜੂਦ, ਇੰਨਾ ਕਸ਼ਟ ਚੱਲਣ ਦੇ ਬਾਵਜੂਦ ਉਹਨੂੰ ਇਹ ਵੀ ਪਤਾ ਸੀਗਾ ਕਿ ਉਹਦੇ ਗੁਆਂਢੀ ਵੀ ਭੁੱਖੇ। ਕਹਿੰਦੇ ਇਹ ਗੱਲ ਨੇ ਮੈਨੂੰ ਹੈਰਾਨ ਕੀਤਾ। ਕਹਿੰਦਾ ਵੀ ਬਿਕਮ ਸੈਲਫਿਸ਼, ਸੈਲਫਿਸ਼ ਦਾ ਮਤਲਬ ਹੁੰਦਾ ਸਵਾਰਥੀ, ਸੈਲਫ ਸੈਂਟਰਡ, ਉਹੀ ਮਤਲਬ ਹੈ ਖੁਦਗਰਜ਼ ਕਹਿ ਲਓ। ਵੀ ਬਿਕਮ ਸੈਲਫਿਸ਼ ਐਂਡ ਸੈਲਫ ਸੈਂਟਰਡ, ਅਸੀਂ ਖੁਦਗਰਜ਼ ਅਤੇ ਸਵਾਰਥੀ ਬਣ ਜਾਂਦੇ ਹਾਂ। ਹੈਵਿੰਗ ਐਕਸਪੀਰੀਅੰਸ ਦੀ ਪੈਂਗਸ ਆਫ ਸਫਰਿੰਗ, ਪੈਂਗਸ ਹੁੰਦਾ ਹੈ ਵਿੱਚ ਡੂੰਘਾ ਦਰਦ, ਸਫਰਿੰਗਸ ਮਾਨੇ ਕਸ਼ਟ ਦਾ, ਮੁਸੀਬਤਾਂ ਦਾ ਡੂੰਘਾ ਦਰਦ ਆਪਣੇ ਪਿੰਡੇ ਤੇ ਹੰਢਾ ਕੇ। ਵੀ ਸ਼ੁੱਡ, ਸਾਨੂੰ ਚਾਹੀਦਾ ਹੈ, ਰਾਦਰ ਐਕਸਟੈਂਡ ਅ ਹੈਲਪਿੰਗ ਹੈਂਡ, ਹੈਲਪਿੰਗ ਹੈਂਡ ਹੁੰਦਾ ਹੈ ਮਤਲਬ ਕਿ ਮਦਦ ਵਾਲਾ ਹੱਥ, ਐਕਸਟੈਂਡ ਮੈਨੇ ਅੱਗੇ ਕਰਨਾ, ਸਾਨੂੰ ਦੂਜਿਆਂ ਲਈ ਆਪਣਾ ਮਦਦ ਦਾ ਹੱਥ ਅੱਗੇ ਵਧਾਉਣਾ ਚਾਹੀਦਾ ਹੈ ਜਦੋਂ ਅਸੀਂ ਆਪ ਕਸ਼ਟ ਝੱਲੇ ਹੋਣ ਜਾਂ ਝੱਲ ਰਹੀ ਹੋਈਏ। ਟੂ ਦਾ ਪੂਅਰ, ਗਰੀਬਾਂ ਵਾਸਤੇ, ਐਂਡ ਦੀ ਨੀਡੀ, ਅਤੇ ਲੋੜਵੰਦਾਂ ਵਾਸਤੇ। ਤੇ ਗੁਰੂ ਸਾਹਿਬ ਨੇ ਵੀ ਸਾਨੂੰ ਇਹ ਸਮਝਾਇਆ, ਕਿਰਤ ਕਰੋ ਧਰਮ ਦੀ ਕਿਰਤ। ਬੱਚਿਓ, ਧਰਮ ਦੀ ਕਿਰਤ ਕਰਕੇ ਅਸੀਂ ਕਦੀ ਵੀ ਬਹੁਤੇ ਅਮੀਰ ਨਹੀਂ ਬਣ ਸਕਦੇ। ਬਹੁਤੇ ਅਮੀਰ ਤੇ ਬੇਈਮਾਨੀ ਨਾਲ, ਛਲ ਕਪਟ ਨਾਲ ਹੀ ਬਣਿਆ ਜਾ ਸਕਦਾ, ਤੇ ਬਹੁਤੇ ਅਮੀਰ ਬਣਨਾ ਸਾਡੇ ਜੀਵਨ ਦਾ ਮਕਸਦ ਨਹੀਂ। ਗੁਰੂ ਸਾਹਿਬ ਨੇ ਕਿਹਾ ਧਰਮ ਦੀ ਕਿਰਤ ਕਰਨੀ ਹੈ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਫਰੀਦਾ ਰੁੱਖੀ ਸੁੱਖੀ ਖਾਏ ਕੇ, ਠੰਡਾ ਪਾਣੀ ਪੀਓ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਦੂਜੇ ਦੀ ਵੱਡੀ ਕਾਰ ਦੇਖ ਕੇ, ਵੱਡੀ ਕੋਠੀ ਦੇਖ ਕੇ, ਦੂਜੇ ਦੀ ਥਾਲੀ ਭਰੀ ਦੇਖ ਕੇ ਆਪਣੇ ਜੀਵ ਨੂੰ ਤਰਸਾਉਣਾ ਨਹੀਂ, ਸੰਤੋਖ ਵਿੱਚ ਜੀਣਾ। ਭਾਈ ਲਾਲੋ ਦੀ ਰੋਟੀ ਕੋਧਰੇ ਦੀ ਦੁੱਧ ਵਰਗੀ ਪਵਿੱਤਰ ਸੀ, ਤੇ ਮਲਕ ਭਾਗੋ ਦੇ ਜਿਹੜੇ ਮਾਲਪੂਏ ਸੀ ਬੇਈਮਾਨੀ ਦੇ, ਖਰੀਬਾਂ ਦੇ ਖੂਨ ਦੇ, ਉਹਨਾਂ ਵਿੱਚ ਖੂਨ ਸੀ। ਸੋ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਕਿ ਅਸੀਂ ਧਰਮ ਦੀ ਕਿਰਤ ਵੀ ਕਰਨੀ ਹੈ, ਤੇ ਨਾਲ ਦੇ ਨਾਲ ਲੋੜਵੰਦਾਂ ਦੇ ਨਾਲ, ਗਰੀਬਾਂ ਦੇ ਨਾਲ ਅਸੀਂ ਵੰਡ ਕੇ ਵੀ ਛਕਣਾ ਹੈ। ਸਾਡਾ ਇਹੀ ਸਵਰਗ ਹੈ, ਸਾਡਾ ਇਹੀ ਹੈਵਨ ਹੈ, ਸਾਡਾ ਇਹੀ ਬੈਕੁੰਠ ਹੈ। ਸਾਨੂੰ ਮਰਨ ਤੋਂ ਬਾਅਦ ਕਿਸੇ ਸਵਰਗ ਬੈਕੁੰਠ ਦੀ, ਕੋਈ ਬਿਸ਼ਤ ਦੀ ਲੋੜ ਨਹੀਂ। ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤੇ ਨੇ, ਇਹਨਾਂ ਤੇ ਅਮਲ ਕਰਨਾ ਸਾਡਾ ਇਹੀ ਸਵਰਗ ਹੈ। ਇਹ 'ਚ ਸੁੱਖ ਹੈਗਾ, ਇਮਾਨਦਾਰੀ ਦੀ ਕਮਾਈ, ਜਿਹ 'ਚ ਕੋਈ ਝੂਠ ਨਹੀਂ, ਫਰੇਬ ਨਹੀਂ, ਛਲ ਕਪਟ ਨਹੀਂ, ਬੇਈਮਾਨੀ ਨਹੀਂ, ਹੈ ਨਾ। ਤੇ ਫਿਰ ਵੰਡ ਕੇ ਛਕਣਾ ਤੇ ਨਾਮ ਜਪਣਾ, ਬਸ ਇਹੀ ਹੈ ਸਾਡਾ ਸਭ ਕੁਝ, ਜੀਵਨ ਦਾ ਸਾਡਾ ਮਕਸਦ। ਸੋ ਬੜਾ ਵਧੀਆ ਹੈ ਬੱਚਿਓ, ਪੈਰਾਗ੍ਰਾਫ ਸੀਗਾ, ਪ੍ਰੇਰਨਾਦਾਇਕ ਸੀਗਾ। ਆਓ ਹੁਣ ਇਹਦੇ ਸਵਾਲ ਦੇਖੀਏ। ਦੀ ਫੇਸਿਸ ਆਫ ਦੀ ਚਿਲਡਰਨ ਰਿਫਲੈਕਟਿਡ, ਰਿਫਲੈਕਟਿਡ ਮੈਨੇ ਦਰਸਾ ਰਹੇ ਸੀ, ਅਪਸਪੇਸ਼ ਕਰ ਰਹੇ ਸੀ, ਕਿਹਦੀ ਤਸਵੀਰ ਦੱਸ ਰਹੇ ਸੀ। ਉਹ ਅਸੀਂ ਲਿਖਿਆ ਉਹਨੇ ਹੰਗਰ। ਉਹ ਕਹਿੰਦਾ ਦੇयर इज नो sorrow ਔਰ no sadness in their faces, just the deep pain of hunger। ਸੋ ਉਹਨਾਂ ਦੇ ਚਿਹਰਿਆਂ ਤੋਂ ਭੁੱਖ ਜਿਹੜੀ ਹੈ ਉਹ ਸਾਫ਼ ਨਜ਼ਰ ਆ ਰਹੀ ਸੀ। ਦੀ ਐਕਸ਼ਨ ਆਫ ਦੀ ਮਦਰ ਸ਼ੋਜ਼ ਲਵ, ਉਹਦੇ ਵਿੱਚ ਸੈਲਫਿਸ਼ਨੈਸ ਤੇ ਹੋ ਹੀ ਨਹੀਂ ਸਕਦੀ, ਸਵਾਰਥ ਦੀ ਗੱਲ ਤੇ ਹੈ ਹੀ ਨਹੀਂ। ਹੇਟਡ ਨਫ਼ਰਤ, ਗ੍ਰੈਟੀਟਿਊਡ ਸ਼ੁਕਰਗੁਜ਼ਾਰ ਹੋਣਾ, ਉਹਨੇ ਸ਼ੁਕਰਾਨੇ ਦੀ ਭਾਵਨਾ ਨਹੀਂ ਨਜ਼ਰ ਆਉਂਦੀ, ਉਹਦਾ ਲਵ, ਕਿਹਦੇ ਪ੍ਰਤੀ ਪਿਆਰ ਸੀਗਾ, ਆਪਣੇ ਜਿਹੜੇ ਉਹਦੇ ਗੁਆਂਢੀ ਸੀ ਉਹਨਾਂ ਦੇ ਪ੍ਰਤੀ, ਜੋ ਇਨਸਾਨੀਅਤ ਦਾ ਪਿਆਰ ਸੀ, ਇਨਸਾਨੀਅਤ ਦਾ ਰਿਸ਼ਤਾ ਸੀ। ਉਹਨੇ ਇਹ ਨਹੀਂ ਦੇਖਿਆ ਵੀ ਇਹ ਚੌਲ ਆਏ ਨੇ ਤੇ ਮੈਂ ਸਿਰਫ ਆਪ ਖਾ ਲਵਾਂ ਤੇ ਆਪਣੇ ਨਿਆਣਿਆਂ ਨੂੰ ਖਵਾ ਦੇਵਾਂ। ਉਹਨੇ ਉਹਦੇ ਵੀ ਦੋ ਹਿੱਸੇ ਕੀਤੇ, ਇੱਕ ਹਿੱਸਾ ਆਪਣੇ ਲਈ ਰੱਖਿਆ ਤੇ ਦੂਜਾ ਹਿੱਸਾ ਆਪਣੇ ਗੁਆਂਢੀਆਂ ਨੂੰ ਦੇਣ ਚਲੀ ਗਈ। ਸੋ ਉਹਦੇ ਇਸ ਐਕਸ਼ਨ ਤੋਂ ਉਹਦੇ ਪਿਆਰ ਦੇ ਜਜ਼ਬੇ ਦਾ ਪਤਾ ਲੱਗਦਾ ਹੈ। ਫਿਰ ਕਹਿੰਦੇ ਵੇਅਰ ਡਿਡ ਦੀ ਮਦਰ ਗੋ ਆਫਟਰ ਡਿਵਾਈਡਿੰਗ ਦੀ ਰਾਈਸ ਐਂਡ ਵਾਈ। ਕਹਿੰਦੇ ਚੌਲਾਂ ਨੂੰ ਵੰਡਣ ਮਗਰੋਂ ਮਾਂ ਕਿੱਥੇ ਗਈ ਅਤੇ ਕਿਉਂ। ਸੋ ਜਵਾਬ ਹੈ ਆਫਟਰ ਡਿਵਾਈਡਿੰਗ ਦੀ ਰਾਈਸ, ਚੌਲਾਂ ਨੂੰ ਵੰਡਣ ਮਗਰੋਂ, ਦੀ ਮਦਰ ਵੈਂਟ ਟੂ ਹਰ ਨੇਬਰ, ਮਾਂ ਆਪਣੇ ਗੁਆਂਢੀਆਂ ਦੇ ਗਈ, ਟੂ ਗਿਵ ਦੀ ਹਾਫ ਪੋਰਸ਼ਨ ਆਫ ਦਾ ਰਾਈਸ, ਉਹ ਚੌਲਾਂ ਦਾ ਅੱਧਾ ਹਿੱਸਾ ਦੇਣ ਵਾਸਤੇ, ਐਜ਼ ਕਿਉਂਕਿ ਦੇ ਵਰ ਆਲਸੋ ਹੰਗਰੀ,
क्योंकि वो भी भुखे सन। सो इस तरह बड़ा सौखा साडा जवाब हो गया एक लाइन दे विच जिस पूरी गल आ गई। ठीक है। फिर वाई वाज द जेंटलमैन सरप्राइज्ड। वो जड़ा साऊ बंदा सी जड़ा गल कर रहा है अपने फर्स्ट पर्सन विच कहना आई वाज नॉट सरप्राइज्ड बिकॉज द पुअर पीपल आर जनरस बट आई वाज सरप्राइज्ड। कहना वो क्यों सरप्राइज होया, वो क्यों हैरान सीगा। सो द जेंटलमैन वाज सरप्राइज्ड बिकॉज द मदर, क्योंकि माँ, डिस्पाइट सफरिंग हर सेल्फ, बावजूद इसके कि वो खुद कष्ट विचों लंघ रही सी, खुद दुखी सी, वाज फुली अवेयर, वो पूर्ण तौर ते जागरूक सी किहदे प्रति, ऑफ द सफरिंग ऑफ हर नेबर, वो अपने गुआंढी दे कष्ट बारे भी पूर्ण तौर ते जागरूक सी। मतलब खुद ते कष्ट विच सीगी पर ਇਹ नहीं कि सिर्फ अपने कष्ट बारे ही वो सोच रही सी, ਉਹਨੂੰ ਗੁਆਂਢੀਆਂ ਦੇ ਕਸ਼ਟ ਬਾਰੇ ਵੀ ਪਤਾ ਸੀ। ਇਸੇ ਕਰਕੇ ਉਹਨੇ ਚੌਲਾਂ ਦੇ ਜੋ ਬੰਦਾ ਲੈ ਕੇ ਆਇਆ ਉਹਨਾਂ ਲਈ, ਉਹਨੇ ਉਹਦੇ ਦੋ ਹਿੱਸੇ ਕੀਤੇ, ਇੱਕ ਹਿੱਸਾ ਉਹਨੇ ਆਪਣੇ ਪਰਿਵਾਰ ਲਈ ਰੱਖਿਆ ਤੇ ਇੱਕ ਹਿੱਸਾ ਆਪਣੇ ਗੁਆਂਢੀਆਂ ਨੂੰ ਦੇਣ ਚਲੀ ਗਈ। ਇਸ ਕਰਕੇ ਉਹ ਜੈਂਟਲਮੈਨ ਹੈਰਾਨ ਹੋਇਆ। ਫਿਰ ਕਹਿੰਦੇ ਫਿਲ ਇਨ ਦੀ ਬਲੈਂਕ ਵਿਦ ਅ ਸੂਟੇਬਲ ਵਰਡ ਫਰੋਮ ਦੀ ਪੈਸੇਜ, ਢੁਕਵੇਂ ਸ਼ਬਦ ਦੇ ਨਾਲ ਪੈਸੇਜ ਵਿੱਚੋਂ ਲੈ ਕੇ ਫਿਲ ਇਨ ਦੀ ਬਲੈਂਕ ਭਰੋ। ਦੀ ਫੇਸਿਸ ਆਫ ਦੀ ਲਿਟਲ ਚਿਲਡਰਨ ਵਰ ਡਿਸਫਿਗਰਡ, ਅਰਥਾਤ ਛੋਟੇ ਨਿਆਣਿਆਂ ਦੇ ਜਵਾਕਾਂ ਦੇ ਜਿਹੜੇ ਚਿਹਰੇ ਸੀ ਉਹ ਬਦਸ਼ਕਲ ਹੋਏ ਹੋਏ ਸੀ। ਠੀਕ ਹੈ। ਮੈਚ ਦੀ ਵਰਡਸ ਅੰਡਰ ਕਾਲਮ ਏ ਵਿਦ ਦੇਅਰ, ਬੱਚੋ ਕਿਤਾਬ ਵਿੱਚ ਲਿਖਿਆ ਮੀਨਿੰਗ, ਪਰ ਜੇ ਇੱਥੋਂ ਦੀ ਦੇਖੋ ਤੁਸੀਂ ਤੇ ਇੱਥੇ ਮੀਨਿੰਗ ਗਲਤ ਛਪ ਗਿਆ, ਮੈਂ ਤਾਂ ਕਰਕੇ ਇਹਨੂੰ ਲਾਲ ਵੀ ਕਰ ਦਿੱਤਾ ਤੇ ਕੱਟ ਵੀ ਦਿੱਤਾ। ਹੋਣਾ ਚਾਹੀਦਾ ਐਂਟੋਨਿਮਸ। ਐਂਟੋਨਿਮਸ ਹੁੰਦੇ ਨੇ ਵਿਰੋਧੀ ਅਰਥ ਵਾਲੇ ਸ਼ਬਦ। ਸੋ ਇਹ ਹੋਣਾ ਚਾਹੀਦਾ ਮੈਚ ਦੀ ਵਰਡਸ ਅੰਡਰ ਕਾਲਮ ਏ ਵਿਦ ਦੇਅਰ ਐਂਟੋਨਿਮਸ ਅੰਡਰ ਬੀ, ਅਰਥਾਤ ਕਾਲਮ ਹੇਠ ਲਿਖੇ ਸ਼ਬਦਾਂ ਦਾ ਮੇਲ ਉਹਨਾਂ ਦੇ ਵਿਰੋਧੀ ਸ਼ਬਦ ਵਾਲੇ ਸ਼ਬਦ, ਵਿਰੋਧੀ ਅਰਥ ਵਾਲੇ ਸ਼ਬਦ ਜਿਹੜੇ ਕਾਲਮ ਬੀ 'ਚ ਲਿਖੇ ਨੇ ਉਹਨਾਂ ਨਾਲ ਮੇਲ ਕਰੋ। ਠੀਕ ਹੈ। ਸੋ ਇਹ ਕੋਈ ਸਿੰਪਲ ਹੁੰਦਾ ਸਾਦਾ, ਤੇ ਕੰਪਲਿਕੇਟਿਡ ਹੁੰਦਾ ਗੁੰਝਲਦਾਰ। ਠੀਕ ਹੈ। ਤੇ ਜਨਰਸ ਹੁੰਦਾ ਦਰਿਆ ਦਿਲ, ਖੁੱਲੇ ਦਿਲ ਵਾਲਾ, ਤੇ ਸੈਲਫਿਸ਼ ਹੁੰਦਾ ਸਵਾਰਥੀ। ਹੇਟਡ ਹੁੰਦੀ ਨਫ਼ਰਤ, ਤੇ ਜੇ ਹੇਟਡ ਦਾ ਮੈਂ ਤੁਹਾਨੂੰ ਦੱਸਣਾ ਹੋਵੇ ਵਿਰੋਧੀ ਅਰਥ ਕੀ ਹੈ, ਲਵ, ਪਿਆਰ, ਉਹ ਇੱਥੇ ਹੈ ਨਹੀਂ। ਸੋ ਇਹ ਦੋ ਬਣਦੇ ਨੇ ਬੱਚੋ। ਹੁਣ ਇਹ ਇਹਨਾਂ ਨੇ ਮੀਨਿੰਗ ਲਿਖਿਆ ਹੈ, ਸਿੰਪਲ ਇਹਨਾਂ 'ਚ ਕੋਈ ਵੀ ਮੀਨਿੰਗ ਨਹੀਂ ਹੈਗਾ, ਤੇ ਜਨਰਸ ਦਾ ਮੀਨਿੰਗ ਵੀ ਇਹਨਾਂ 'ਚ ਕੋਈ ਨਹੀਂ ਹੈਗਾ। ਸੋ ਇਹ ਪੱਕੀ ਗੱਲ ਹੈ ਕਿ ਮੀਨਿੰਗ ਸ਼ਬਦ ਜਿਹੜਾ ਸ਼ਬਦ ਹੈ ਗਲਤੀ ਨਾਲ ਮਿਸਪ੍ਰਿੰਟ ਹੋ ਗਿਆ, ਛਪ ਗਿਆ। ਇਸ ਕਰਕੇ ਮੈਂ ਚੇਚਾ ਲਿਖ ਦਿੱਤਾ ਤਾਂ ਕਿ ਤੁਹਾਨੂੰ ਜਿਹੜੇ ਕਿਤਾਬ ਨੂੰ ਰੈਫਰ ਕਰੋ ਤੁਹਾਨੂੰ ਪਤਾ ਲੱਗ ਜਾਏ ਇਹ ਮੀਨਿੰਗ ਨਹੀਂ ਇੱਥੇ ਆਉਣਾ ਚਾਹੀਦਾ, ਇੱਥੇ ਐਂਟੋਨਿਮਸ ਆਉਣਾ ਚਾਹੀਦਾ ਹੈ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡਾ ਅਨਸੀਨ ਕੰਪਰੀਹੈਂਸ਼ਨ ਦਾ ਪੈਸੇਜ ਨੰਬਰ 8, ਤੇ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਅਨੁਸ਼ਾਸਨ ਦੇ ਨਾਲ, ਉਤਸ਼ਾਹ ਦੇ ਨਾਲ, ਜਜ਼ਬੇ ਦੇ ਨਾਲ, ਮਿਹਨਤ ਨਾਲ ਆਪਣੀ ਪੜ੍ਹਾਈ ਕਰੀ ਚਲੋ, ਖੂਬ ਤਰੱਕੀਆਂ ਮਾਣੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।